ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸੰਤ ਮੰਡਲ ਹਰ ਜਸ ਕਥੈ ਬੋਲੇ ਸਤ ਸੁਭਾਏ। ਸੋ ਆਓ ਸਾਧ ਸੰਗਤ ਜੀ, ਚੱਲ ਰਹੀ ਲੜੀਵਾਰ ਵਿਚਾਰ ਪਾਵਨ ਅੰਗ 298 ਤੇ ਸਤਿਗੁਰੂ ਕਿਰਪਾ ਕਰ ਰਹੇ ਹਨ। ਗੁਰਬਾਣੀ ਥਿੱਤੀ ਗੌੜੀ ਮਹੱਲਾ ਪੰਜਵਾ। ਸਤਿਗੁਰੂ ਕਿਰਪਾ ਕਰ ਰਹੇ ਹਨ। ਸੰਤ ਜਨਾਂ ਦਾ ਮੰਡਲ ਸਮੂਹ ਸਮੁਦਾਇ ਹਰੀ ਵਾਹਿਗੁਰੂ ਦੇ ਜਸ ਕੀਰਤ ਨੂੰ ਕਥਨ ਕਰਦਾ ਹੈ ਅਤੇ ਸੁਤੇ ਸਿੱਧ ਸੁਭਾਏ ਸੁਭਾਵਕ ਹੀ ਪ੍ਰੇਮ ਦੇ ਨਾਲ ਸੱਚੇ ਬਚਨ ਉਚਾਰਨ ਕਰਦਾ ਹੈ। ਸ਼ਲੋਕ ਸੰਤ ਮੰਡਲ ਹਰ ਜਸ ਕਥੈ ਬੋਲਹਿ ਸਤ ਸੁਭਾਏ। ਨਾਨਕ ਮਨ ਸੰਤੋਖੀਐ ਏਕਸ ਸਿਉ ਲਿਵ ਲਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਨਾਲ ਚਿੱਤ ਦੀ ਲਿਵ ਬਿਰਤੀ ਲਾਉਣੇ ਕਰਕੇ ਉਹਨਾਂ ਦਾ ਮਨ ਹਿਰਦਾ ਸੰਤੋਖੀਐ ਸੰਤੁਸ਼ਟ ਹੋ ਜਾਂਦਾ ਹੈ। ਪੌੜੀ ਸਪਤਮ ਸੰਚੋ ਨਾਮ ਧਨ ਟੂਟ ਨ ਜਾਹੇ ਭੰਡਾਰ। ਸਪਤਮ ਕਹੀਏ ਸਤਵੀਂ ਥਿੱਤ ਦੁਆਰਾ ਕਥਨ ਕਰਦੇ ਹਨ ਕਿ ਹੇ ਭਾਈ, ਨਾਮ ਰੂਪੀ ਧਨ ਦੌਲਤ ਨੂੰ ਸੰਚੋ ਇਕੱਤਰ ਕਰਨਾ ਕਰੋ। ਇਹ ਐਸਾ ਭੰਡਾਰ ਖਜ਼ਾਨਾ ਹੈ ਜਿਸ ਵਿੱਚ ਕਦੇ ਵੀ ਟੂਟ ਤੋਟ ਨਹੀਂ ਆਉਂਦੀ। ਇਹ ਖਜ਼ਾਨਾ ਦੁਨਿਆਵੀ ਖਜ਼ਾਨਿਆਂ ਵਾਂਗੂ ਕਦੇ ਘਟਦਾ ਨਹੀਂ। ਸੰਚਣ ਕਉ ਹਰ ਏਕੋ ਨਾਮ ਹਲਤ ਪਲਤ ਤਾਕੈ ਆਵੈ ਕਾਮ। ਇਹ ਸਾਰੇ ਥਾਈਂ ਹੀ ਕੰਮ ਆਉਂਦਾ ਹੈ। ਸੰਤ ਸੰਗਤ ਮਹਿ ਪਾਈਐ ਅੰਤ ਨ ਪਾਰਾਵਾਰ। ਜਿਸ ਪਰਮੇਸ਼ਰ ਦੇ ਗੁਣਾਂ ਦਾ ਪਾਰ ਉਰਵਾਰ ਦਾ ਅੰਤ ਨਹੀਂ ਪਾਇਆ ਜਾਂਦਾ, ਉਸ ਵਾਹਿਗੁਰੂ ਦਾ ਨਾਮ ਸਾਧੂਆਂ ਦੀ ਸੰਗਤ ਵਿੱਚੋਂ ਪ੍ਰਾਪਤ ਕਰ ਲਈਦਾ ਹੈ। ਆਪ ਤਜੋ ਗੋਬਿੰਦ ਭਜੋ ਸਰਨ ਪਰਹੋ ਹਰ ਰਾਏ। ਆਪਾ ਭਾਵ ਛੱਡ ਕੇ ਗੋਬਿੰਦ ਵਾਹਿਗੁਰੂ ਦੇ ਭਜਨ ਨੂੰ ਸਿਮਰਨ ਨੂੰ ਕਰਨਾ ਕਰੋ ਅਤੇ ਹਰੀ ਅਕਾਲ ਪੁਰਖ ਰਾਏ ਰਾਜਾ ਰੂਪ ਦੀ ਸ਼ਰਨ ਓਟ ਵਿੱਚ ਪੈਣਾ ਕਰੋ। ਦੁਖ ਹਰੈ ਭਵਜਲ ਤਰੈ ਮਨ ਚਿੰਦਿਆ ਫਲ ਪਾਏ। ਤਾਂ ਤੁਹਾਡੇ ਜੰਮਣ ਮਰਨ ਦੇ ਦੁੱਖ ਹਰੈ ਕਹੀਏ ਨਾਸ਼ ਹੋ ਜਾਣਗੇ। ਭਵਜਲ ਸੰਸਾਰ ਸਮੁੰਦਰ ਤੋਂ ਤੁਸੀਂ ਤਰ ਜਾਓਗੇ ਅਤੇ ਮਨ ਚਿੰਦਿਆ ਮਨ ਇੱਛਤ ਫਲ ਪਾ ਲਵੋਗੇ। ਆਠ ਪਹਿਰ ਮਨ ਹਰ ਜਪੈ ਸਫਲ ਜਨਮ ਪਰਵਾਣ। ਜਿਹੜੇ ਜੀਵ ਅੱਠੇ ਪਹਿਰ ਹਿਰਦੇ ਵਿੱਚ ਹਰੀ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ, ਉਹਨਾਂ ਦਾ ਜਨਮ ਸਫਲ ਸਹਿਤ ਗਿਆਨ ਫਲ ਦੇ ਹੋ ਜਾਂਦਾ। ਉਹ ਪਰਲੋਕ ਵਿੱਚ ਪ੍ਰਮਾਣਿਕ ਹੋ ਜਾਂਦੇ ਅਤੇ ਅੰਤਰ ਬਾਹਰ ਸਦਾ ਸੰਗ ਕਰਨੈ ਹਾਰ ਪਛਾਣ। ਉਹ ਹਿਰਦੇ ਦੇ ਅੰਦਰ ਤੇ ਬਾਹਰ ਸੰਸਾਰ ਵਿੱਚ ਹਮੇਸ਼ਾ ਹੀ ਆਪਣੇ ਨਾਲ ਇੱਕ ਕਰਨੈ ਹਾਰ ਹਰੀ ਵਾਹਿਗੁਰੂ ਨੂੰ ਪਹਿਚਾਨਣਾ ਕਰਦੇ ਹਨ। ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ। ਉਹ ਪਰਮੇਸ਼ਰ ਇਸ ਲੋਕ ਦਾ ਸਾਡਾ ਸੱਜਣ ਹੈ, ਉਹੀ ਪਰਲੋਕ ਦਾ ਸਖਾ ਹੈ ਅਤੇ ਮਾਤਾ ਦੇ ਗਰਭ ਵਿੱਚ ਸਾਡਾ ਮੀਤ ਮਿੱਤਰ ਹੈ। ਉਹ ਸਾਡਾ ਮਨ ਦਾ ਸਾਜਣ ਸੱਜਣ, ਬਾਣੀ ਦਾ ਸਖਾ ਅਤੇ ਸੋ ਉਹ ਹੀ ਸਾਡਾ ਸਰੀਰ ਦਾ ਮਿੱਤਰ ਹੈ ਜਿਹੜਾ ਹਰੀ ਵਾਹਿਗੁਰੂ ਦੀ ਪ੍ਰਾਪਤੀ ਰੂਪ ਮਤ ਸਿੱਖਿਆ ਦੇਣਾ ਕਰਦਾ ਹੈ। ਨਾਨਕ ਤਿਸ ਬਲਹਾਰਣੈ ਹਰ ਹਰ ਨਾਮ ਜਪੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਤੋਂ ਬਲਹਾਰਣੈ ਬਲਹਾਰ ਕੁਰਬਾਨ ਜਾਈਏ ਜਿਹੜੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਜਪਦੇ ਹਨ। ਸ਼ਲੋਕ ਆਠ ਪਹਿਰ ਗੁਣ ਗਾਈਐ ਤਜੀਐ ਅਵਰ ਜੰਜਾਲ। ਅੱਠੇ ਪਹਿਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੀਏ। ਜਿਹੜੇ ਹੋਰ ਘਰ ਦੇ ਜੰਜਾਲ ਬੰਧਨ ਪਏ ਹਨ, ਇਹਨਾਂ ਨੂੰ ਤਜੀਐ ਛੱਡ ਦੇਣਾ ਕਰੀਏ। ਜਮ ਕੰਕਰ ਜੋ ਹੈ ਨ ਸਕਈ ਨਾਨਕ ਪ੍ਰਭੂ ਦਇਆਲ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੇ ਪ੍ਰਭੂ ਹਰੀ ਅਕਾਲ ਪੁਰਖ ਵਾਹਿਗੁਰੂ ਦਿਆਲੂ ਹੋਵੇ ਤਾਂ ਜਮ ਕੰਕਰ ਜਮ ਰਾਜੇ ਦੇ ਸੇਵਕ ਭਾਵ ਜਮਦੂਤ ਜੋ ਇਹ ਨਾਮ ਦੇਖਣ ਦਾ ਹੈ ਦੇਖ ਵੀ ਨਹੀਂ ਸਕਦੇ। ਪੌੜੀ ਅਸ਼ਟਮੀ ਅਸ਼ਟ ਸਿੱਧ ਨਵ ਨਿਧ
ਅਸ਼ਟਮੀ ਤੋਂ ਭਾਵ ਹੈ 8ਵੀਂ ਤਿਥ ਦੁਆਰਾ ਕਥਨ ਕਰਦੇ ਹਨ ਕਿ ਅਸ਼ਟ 8 ਸਿੱਧੀਆਂ ਨਵ ਨਿਧ 9 ਨਿਧੀਆਂ। ਸਗਲ ਪਦਾਰਥ ਪੂਰਨ ਬੁੱਧ, ਸਗਲ ਸਾਰੇ ਹੀ ਪਦਾਰਥ ਧਰਮ ਅਰਥ ਕਾਮ ਮੋਕਸ਼ ਪਦਾਰਥ ਪੂਰਨ ਬੋਧ ਵਾਲੀ ਬੁੱਧੀ ਆਤਮ ਵਿਸ਼ੈਣੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ। ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਿਰੋਧਰ ਮੰਤ। ਹਿਰਦੇ ਰੂਪੀ ਕਵਲ ਕਮਲ ਪ੍ਰਗਾਸ ਖਿੜ ਜਾਂਦਾ ਹੈ ਅਤੇ ਹਮੇਸ਼ਾ ਆਤਮਕ ਆਨੰਦ ਸੁਖ ਪ੍ਰਾਪਤ ਹੋ ਜਾਂਦਾ ਹੈ। ਨਿਰਮਲ ਉਜਲ ਰੀਤ ਮਰਿਆਦਾ ਤੇ ਨਿਰੋਧਰ ਨਿਰਾ ਹੀ ਉਧਾਰ ਕਰਨ ਵਾਲਾ ਮੰਤ ਉਪਦੇਸ਼ ਇੰਦਰੀਆਂ ਨੂੰ ਨਿਰੋਧਰ ਰੋਕਣ ਵਾਲਾ ਮੰਤਰ ਪ੍ਰਾਪਤ ਹੋ ਜਾਂਦਾ ਹੈ। ਸਗਲ ਧਰਮ ਪਵਿੱਤਰ ਇਸਨਾਨ ਸਭ ਮਹਿ ਊਚ ਬਸੇਖ ਗਿਆਨ। ਸਾਰੇ ਧਰਮ ਪਵਿੱਤਰ ਸੁਚਮਤਾ ਤੇ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਸਾਰਿਆਂ ਵਿੱਚੋਂ ਊਚ ਸ੍ਰੇਸ਼ਟ ਅਤੇ ਬਸੇਖ ਵਿਸ਼ੇਸ਼ ਕਰਕੇ ਵੱਡਾ ਗਿਆਨ ਭਾਵ ਅਪਰੋਖ ਗਿਆਨ ਪ੍ਰਾਪਤ ਹੋ ਜਾਂਦਾ ਹੈ। ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ। ਜਿਨ੍ਹਾਂ ਨੇ ਪੂਰਨ ਸਤਿਗੁਰੂ ਜੀ ਦੇ ਨਾਲ ਮਿਲ ਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਦਾ ਭਜਨ ਸਿਮਰਨ ਕੀਤਾ ਹੈ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਰੀ ਵਾਹਿਗੁਰੂ ਦੇ ਨਾਮ ਨੂੰ ਰੰਗ ਪ੍ਰੇਮ ਨਾਲ ਜਪਣੇ ਕਰਕੇ ਸੰਸਾਰ ਸਮੁੰਦਰ ਤੋਂ ਤਰੀਏ ਭਾਵ ਮੁਕਤ ਹੋਈਦਾ ਹੈ। ਸਲੋਕ ਨਾਰਾਇਣ ਨਹਿ ਸਿਮਰਿਓ ਮੋਹਿਓ ਸਵਾਦ ਬਿਕਾਰ। ਨਾਰਾਇਣ ਜਿਸ ਵਿੱਚ ਅਵਿਦਿਆ ਰੂਪੀ ਰਾਇਣ ਰਾਤ ਨਹੀਂ ਹੈ, ਐਸੇ ਪਰਮੇਸ਼ਰ ਦਾ ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ ਅਤੇ ਸ਼ਬਦ ਸਪਰਸ਼ ਰੂਪ ਰਸ ਗੰਧ ਇਤਿਆਦਿ ਵਿਕਾਰਾਂ ਦੇ ਸਵਾਦਾਂ ਵਿੱਚ ਮੋਹਿਤ ਹਨ। ਨਾਨਕ ਨਾਮ ਵਿਸਾਰਿਐ ਨਰਕ ਸੁਰਗ ਅਵਤਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੱਚੇ ਵਾਹਿਗੁਰੂ ਦੇ ਨਾਮ ਨੂੰ ਵਿਸਾਰਿਆ ਭੁਲਾਉਣੇ ਕਰਕੇ ਨਰਕੀ ਜੀਵ ਪਾਪਾਂ ਕਰਕੇ ਨਰਕ ਵਿੱਚ ਤੇ ਪੁੰਨ ਕਰਨ ਵਾਲੇ ਸੁਕਾਮੀ ਪੁਰਖ ਸਵਰਗ ਵਿੱਚ ਅਵਤਾਰ ਕਿਗੇ ਉਤਰਦੇ ਆ। ਪੌੜੀ ਨੌਮੀ ਨਵੇਂ ਸ਼ਿਦਰ ਅਪਵੀਤ। ਹਰ ਨਾਮ ਨ ਜਪਹਿ ਕਰਤ ਵਿਪਰੀਤ। ਨੌਵੀਂ ਥਿਤ ਦੁਆਰਾ ਸਤਿਗੁਰੂ ਕਥਨ ਕਰ ਰਹੇ ਹਨ ਕਿ ਨਵੇਂ ਸ਼ਿਦਰ 9 ਗੋਲਕਾਂ 2 ਨਾਸਕਾਂ 2 ਕੰਨ 2 ਅੱਖਾਂ 1 ਮੁਖ 1 ਗੁਦਾ 1 ਲਿੰਗ ਇਹ 9 ਦੁਆਰੇ ਅਸ਼ੁੱਧ ਹਨ, ਭਾਵ ਸ਼ੁੱਧ ਨਹੀਂ। ਨਵੇਂ ਸ਼ਿਦਰ ਸਾਰੀਆਂ ਇੰਦਰੀਆਂ ਵਿੱਚ ਛੇਕ ਹਨ, ਹਰ ਵਕਤ ਮੈਲ ਦੇ ਰਾਹ ਮੈਲ ਨਾਲ ਭਰੇ ਰਹਿੰਦੇ, ਸਦਾ ਹੀ ਅਪਵੀਤ ਅਪਵਿੱਤਰ ਰਹਿੰਦੇ ਹਨ। ਇਸੇ ਪ੍ਰਕਾਰ 9 ਗੋਲਕਾਂ ਵਿੱਚ ਅਪਵਿੱਤਰਤਾ ਕਰਕੇ ਫਸਿਆ ਰਹਿੰਦਾ ਹੈ। ਜਿਹੜੇ ਹਰੀ ਅਕਾਲ ਪੁਰਖ ਦਾ ਨਾਮ ਨਹੀਂ ਜਪਦੇ, ਸਦਾ ਹੀ ਵਿਪਰੀਤ ਉਲਟ ਕੰਮ ਕਰਦੇ ਰਹਿੰਦੇ। ਪਰ ਤ੍ਰੈ ਰਮਹਿ ਬਕਹਿ ਸਾਧ ਨਿੰਦ ਕਰਨ ਨ ਸੁਨਹੀ ਹਰ ਜਸ ਬਿੰਦ। ਪਰ ਤ੍ਰੈ ਕਹੀਏ ਪ੍ਰਾਈ ਇਸਤਰੀਆਂ ਨੂੰ ਰਮਹਿ ਰਮਣ ਭਾਵ ਭੋਗਣਾ ਕਰਦੇ ਹਨ ਤੇ ਸਾਧ ਸੰਤਾਂ ਦੀ ਨਿੰਦਿਆ ਬਕਹਿ ਉਚਾਰਦੇ ਹਨ। ਕਰਨ ਕੰਨਾਂ ਦੇ ਨਾਲ ਹਰੀ ਵਾਹਿਗੁਰੂ ਦੇ ਜਸ ਕੀਰਤਨ ਨੂੰ ਬਿੰਦ ਥੋੜਾ ਭਾਵ ਰੰਚਕ ਮਾਤਰ ਵੀ ਨਹੀਂ ਸੁਣਨਾ ਕਰਦੇ। ਹਿਰਹਿ ਪਰ ਦਰਬ ਉਦਰ ਕਹਿ ਤਾਈ ਅਗਨ ਨ ਨਿਵਰੈ ਤ੍ਰਿਸ਼ਨਾ ਨ ਬੁਝਾਈ। ਆਪਣੇ ਤ੍ਰਿਸ਼ਨਾ ਨ ਬੁਝਾਈ ਪੋਲਾ ਬੋਲਣਾ ਹੈ। ਆਪਣੇ ਉਦਰ ਪੇਟ ਭਰਨ ਦੇ ਤਾਈਂ ਵਾਸਤੇ ਪਰ ਦਰਬ ਪਰਾਏ ਧਨ ਨੂੰ ਚਰਾਉਣਾ ਕਰਦੇ ਹਨ। ਇਸ ਤਰ੍ਹਾਂ ਕਾਲ ਦੀ ਅੱਗ ਨਿਵਰੈ ਨਿਵਰਤ ਨਹੀਂ ਹੁੰਦੀ ਤੇ ਸੰਤੋਖ ਰੂਪੀ ਜਲ ਦੇ ਨਾਲ ਤ੍ਰਿਸ਼ਨਾ ਰਸਾਂ ਕਸਾਂ ਦੇ ਭੋਗਣ ਦੀ ਬੁਝਾਈ ਮਿਟਦੀ ਨਹੀਂ। ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰ ਜਮਹਿ ਅਭਾਗੇ। ਹਰੀ ਵਾਹਿਗੁਰੂ ਦੀ ਸੇਵਾ ਟਹਿਲ ਤੋਂ ਬਗੈਰ ਜੀਵਾਂ ਨੂੰ ਇਹ ਫਲ ਲੱਗੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪ੍ਰਭ ਹਰੀ ਵਾਹਿਗੁਰੂ ਨੂੰ ਬਿਸਰਤ ਭੁੱਲਣੇ ਕਰਕੇ ਅਭਾਗੇ ਭਾਗਾਂ ਤੋਂ ਹੀਣੇ ਜੀਵ ਜੰਮਦੇ ਮਰਦੇ ਰਹਿੰਦੇ ਹਨ। ਸਲੋਕ 10 ਦਿਸ ਖੋਜਤ ਮੈਂ ਫਿਰਿਓ ਜਤ ਦੇਖੋ ਤਤ ਸੋਏ। ਜਿਗਿਆਸੂ ਬੇਨਤੀ ਕਰਦਾ ਹੈ ਕਿ ਹੇ ਮਹਾਰਾਜ, ਮੈਂ 10 ਦਿਸ਼ਾਵਾਂ ਵਿੱਚ ਮਨ ਨੂੰ ਵਸ ਕਰਨ ਦਾ ਸਾਧਨ ਲੱਭਦਾ ਫਿਰਦਾ ਰਿਹਾ ਹਾਂ,
ਪਰ ਜਿੱਥੇ ਵੀ ਦੇਖਿਆ ਉੱਥੇ ਮਨ ਦੀ ਉਹੋ ਜਿਹੀ ਪਹਿਲੇ ਵਾਲੀ ਹਾਲਤ ਹੀ ਦਿਸੀ। ਮਨ ਬਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਿਰਦਾ ਤਾਂ ਮਨ ਤਾਂ ਵਸ ਆਉਂਦਾ ਹੈ ਜੇਕਰ ਪੂਰਨ ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਹੋਵੇ। ਅਰਥਾਤ ਕਿਰਪਾ 5 ਪ੍ਰਕਾਰ ਦੀ ਹੁੰਦੀ ਹੈ। ਪਹਿਲੀ ਪਰਮੇਸ਼ਰ ਦੀ ਕਿਰਪਾ, ਜਿਸ ਨਾਲ ਮਨੁੱਖਾ ਸਰੀਰ ਮਿਲਦਾ ਹੈ। ਦੂਜੀ ਕਰਮਾਂ ਦੀ ਕਿਰਪਾ, ਜਿਸ ਨਾਲ ਨਿਰਮਲ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ। ਤੀਜੀ ਕਿਰਪਾ ਹੈ ਸਤਸੰਗਤ ਦੀ ਕਿਰਪਾ, ਜਿਸ ਨਾਲ ਵਿਕਾਰਾਂ ਤੋਂ ਬਚ ਕੇ ਸ੍ਰੇਸ਼ਟ ਗੁਣ ਪ੍ਰਾਪਤ ਹੁੰਦੇ ਹਨ। ਚੌਥੀ ਸਤਿਗੁਰਾਂ ਦੀ ਕਿਰਪਾ, ਜਿਸ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ। ਪੰਜਵੀਂ ਆਪਣੀ ਕਿਰਪਾ, ਆਪਣੇ ਆਪ ਉੱਪਰ ਤਰਸ ਕਰਕੇ ਗੁਰ ਉਪਦੇਸ਼ ਕਮਾਉਣ ਲੱਗ ਜਾਣਾ, ਇਹ ਆਪਣੇ ਆਪ ਉੱਪਰ ਆਪਣੀ ਕਿਰਪਾ ਹੈ। ਛੇਵੀਂ ਹੈ ਪੂਰਨ ਕਿਰਪਾ, ਪਰਮੇਸ਼ਰ ਦੀ ਪੂਰਨ ਕਿਰਪਾ, ਜਿਸ ਦੇ ਨਾਲ ਮਨ ਵਿੱਚ ਵਸ ਵਿੱਚ ਆਉਂਦਾ ਹੈ। ਪੌੜੀ ਦਸਵੀਂ 10 ਦੁਆਰ ਬਸ ਕੀਨੇ, ਮਨ ਸੰਤੋਖ ਨਾਮ ਜਪ ਲੀਨੇ। ਦਸਵੀਂ ਥਿਤ ਦੁਆਰਾ ਸਤਿਗੁਰੂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ 10 ਦੁਆਰ ਇੰਦਰੀਏ ਆਪਣੇ ਬਸ ਅਧੀਨ ਕੀਤੇ ਹਨ। ਅਰਥਾਤ 5 ਗਿਆਨ ਇੰਦਰੇ, 2 ਅੱਖਾਂ, 2 ਕੰਨ, ਨੱਕ, ਤੁਚਾ, ਜੀਭ, 5 ਕਰਮ ਇੰਦਰੇ, ਹੱਥ, ਪੈਰ, ਮੂੰਹ, ਗੁਦਾ, ਲਿੰਗ। ਰਸਨਾ ਜਦੋਂ ਪਦਾਰਥਾਂ ਦਾ ਰਸ ਲੈਂਦੀ ਹੈ ਤਦੋਂ ਇਹ ਰਸਨਾ ਗਿਆਨ ਇੰਦਰਾ ਹੈ, ਅਤੇ ਜਦੋਂ ਬਚਨ ਬੋਲਦੀ ਹੈ ਉਦੋਂ ਕਰਮ ਇੰਦਰਾ ਹੈ। ਇਸੇ ਪ੍ਰਕਾਰ ਇਹ 10 ਇੰਦਰੀਆਂ ਮੰਨੇ ਹਨ ਜਿਨ੍ਹਾਂ ਨੇ ਇਹਨਾਂ ਨੂੰ ਵਸ ਕੀਤਾ ਹੈ ਅਤੇ ਨਾਮ ਜਪ ਲੈਣਾ ਕੀਤਾ ਹੈ, ਜਿਸ ਕਰਕੇ ਉਹਨਾਂ ਦੇ ਮਨ ਹਿਰਦੇ ਵਿੱਚ ਸੰਤੋਖ ਸਬਰ ਹੈ। ਕਰਨੀ ਸੁਣੀਐ ਜਸ ਗੋਪਾਲ, ਨੈਣੀ ਵੇਖਤ ਸਾਧ ਦਇਆਲ। ਕਰਨੀ ਹੁੰਦਾ ਕੰਨਾਂ ਨਾਲ, ਗੋਪਾਲ ਗੋ ਪ੍ਰਿਥਵੀ ਦੀ ਪਾਲ ਪਾਲਣਾ ਕਰਨ ਵਾਲੇ। ਹਰੀ ਵਾਹਿਗੁਰੂ ਦਾ ਜਸ ਕੀਰਤਨ ਸੁਣਨਾ ਕਰੀਏ। ਨੈਣੀ ਅੱਖਾਂ ਦੇ ਨਾਲ, ਸਾਧ ਦਿਆਲ, ਦਿਆਲੂ ਸ੍ਰੇਸ਼ਟ ਜਨਾਂ ਮਹਾਤਮਾ ਦੇ ਦਰਸ਼ਨਾਂ ਨੂੰ ਦੇਖਣਾ ਕਰੀਏ। ਰਸਨਾ ਗੁਣ ਗਾਵੈ ਬੇਅੰਤ, ਮਨ ਮਹਿ ਚਿਤਵੈ ਪੂਰਨ ਭਗਵੰਤ। ਰਸਨਾ ਜ਼ੁਬਾਨ ਨਾਲ ਬੇਅੰਤ ਅੰਤ ਤੋਂ ਰਹਿਤ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੀਏ। ਮਨ ਹਿਰਦੇ ਦੇ ਮਹਿ ਵਿੱਚ ਪੂਰਨ ਭਗਵੰਤ ਪਰਮੇਸ਼ਰ ਦਾ ਚਿਤਵੈ ਹੁੰਦਾ ਚਿੰਤਨ ਕਰੀਏ, ਸਿਮਰਨ ਕਰੀਏ। ਹਸਤ ਚਰਨ ਸੰਤ ਟਹਿਲ ਕਮਾਈਐ, ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈਐ। ਹਸਤ ਹੱਥਾਂ ਦੇ ਨਾਲ ਸੰਤ ਸ਼ਾਂਤ ਆਤਮਾ ਵਾਲੇ ਪੁਰਖਾਂ ਦੇ ਚਰਨਾਂ ਦੀ ਟਹਿਲ ਸੇਵਾ ਕਮਾਉਣੀ ਕਰੀਏ। ਸਤਿਗੁਰੂ ਜੀ ਕਥਨ ਕਰ ਰਹੇ ਹਨ ਕਿ ਇਹ ਪੂਰਬੋਕਤ ਸੰਜਮ ਤਰੀਕਾ ਹਰੀ ਵਾਹਿਗੁਰੂ ਦੀ ਕਿਰਪਾ ਦਇਆ ਦ੍ਰਿਸ਼ਟੀ ਨਾਲ ਹੀ ਪ੍ਰਾਪਤ ਹੁੰਦਾ। ਸੰਤ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਕਿਹਾ ਕਰਦੇ ਸਨ ਕਿ ਨੇਤਰਾਂ ਦੇ ਨਾਲ ਸਤਸੰਗਤ ਦੇ ਦਰਸ਼ਨ ਕਰਨਾ, ਕੰਨਾਂ ਨਾਲ ਕੀਰਤਨ ਸੁਣਨਾ, ਹੱਥਾਂ ਨਾਲ ਸੰਤਾਂ ਦੀ ਟਹਿਲ ਕਰਨੀ, ਪੈਰਾਂ ਨਾਲ ਸਤਸੰਗਤ ਵਿੱਚ ਜਾ ਕੇ ਮਿਲਣਾ, ਇਹ ਸਭ ਸਫਲਾ ਹੈ। ਮਨ ਬਾਣੀ ਜਾਂ ਸਿਮਰਨ ਨਾਲ ਪਵਿੱਤਰ ਹੋ ਜਾਂਦਾ, ਪਰ ਜਿਹੜਾ ਸਰੀਰ ਵਿਹਲਾ ਰਹੇ, ਸੇਵਾ ਨਾ ਕਰੇ, ਉਹ ਸਫਲਾ ਨਹੀਂ ਹੁੰਦਾ। ਇਸ ਕਰਕੇ ਆਪ ਮਹਾਂਪੁਰਖ ਚੱਕੀ ਪੀ ਕੇ ਗੁਰੂ ਕੇ ਲੰਗਰ ਲਈ ਆਟਾ ਤਿਆਰ ਕਰਦੇ, ਸਿਰਫ 1 ਘੰਟਾ ਸੌਂਦੇ ਸਨ। 23 ਘੰਟੇ ਨੀਂਦ ਨੂੰ ਜਿੱਤ ਲਿਆ ਸੀ। ਸਰੀਰ ਦੀ ਸਫਲਤਾ ਲਈ ਸਿੰਘਾਂ ਦਾ ਇਸ਼ਨਾਨ ਕਰਾਉਣਾ, ਚੱਕੀ ਪੀਣੀ ਇਤਿਆਦ ਸੇਵਾ ਕਰਦੇ ਸਨ। ਸਲੋਕ ਏਕੋ ਏਕ ਬਖਾਨੀਐ, ਬਿਰਲਾ ਜਾਣੈ ਸੁਆਦ। ਇੱਕੋ ਇੱਕ ਅਦਵੈਤ ਰੂਪ ਪਰਮੇਸ਼ਰ ਦਾ ਬਖਾਨੀਐ ਕਥਨ ਕਰੀਏ, ਪਰ ਉਸ ਦੇ ਨਾਮ ਦੇ ਸਵਾਦ ਰਸ ਨੂੰ ਕੋਈ ਬਿਰਲਾ ਪੁਰਸ਼ ਹੀ ਜਾਣਦਾ ਹੈ। ਗੁਣ ਗੋਬਿੰਦ ਨ ਜਾਣੀਐ, ਨਾਨਕ ਸਭ ਬਿਸਮਾਦ। ਜਿੰਨਾ ਚਿਰ ਗੋਬਿੰਦ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਗੁਣਾਂ ਨੂੰ ਜਾਣੀਦਾ ਨਹੀਂ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਤਨਾ ਚਿਰ ਮਾਇਆ ਦੀ ਬਿਸਮਾਦਤਾ ਕਰਕੇ ਹੈਰਾਨ ਦੁਖੀ ਹੋਣਾ ਪੈਂਦਾ। ਪੌੜੀ ਏਕਾਦਸੀ ਨਿਕਟ ਵੇਖੋ ਹਰ ਰਾਮ। ਏਕਾਦਸੀ ਥਿਤ ਦੁਆਰਾ ਕਥਨ ਕਰਦੇ ਹਨ ਕਿ ਹਰੀ ਵਾਹਿਗੁਰੂ ਜੋ ਸਾਰੇ ਰਮਿਆ ਹੋਇਆ ਹੈ, ਉਸ ਨੂੰ ਨਿਕਟ ਨੇੜੇ ਕਰਕੇ ਵੇਖਣਾ ਕਰੋ। ਇੰਦਰੀ ਬਸ ਕਰ ਸੁਣੋ ਹਰ ਨਾਮ। ਅੱਖਾਂ ਨੂੰ ਬੇਗਾਨਾ ਰੂਪ ਵੇਖਣ ਵੱਲੋਂ, ਕੰਨਾਂ ਨੂੰ ਪਰਾਈ ਨਿੰਦਿਆ ਸੁਣਨ ਵੱਲੋਂ, ਪੈਰਾਂ ਨੂੰ ਕੁਸੰਗਤ ਵਿੱਚ ਜਾਣ ਤੋਂ ਰੋਕਣ ਵੱਲੋਂ,
ਹੱਥਾਂ ਨੂੰ ਚੋਰੀ ਕਰਨ ਵੱਲੋਂ ਇਉਂ ਇੰਦਰੀਆਂ ਨੂੰ ਵਸ ਵਿੱਚ ਕਰਕੇ ਹਰੀ ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰੋ। ਮਨ ਸੰਤੋਖ ਸਰਬ ਜੀ ਦਇਆ, ਇਨ ਬਿਦ ਬਰਤ ਸੰਪੂਰਨ ਭਇਆ। ਮਨ ਹਿਰਦੇ ਵਿੱਚ ਸੰਤੋਖ ਸਬਰ ਧਾਰ ਕੇ ਸਾਰੇ ਜੀਵਾਂ ਉੱਤੇ ਦਇਆ ਦਿਆਲਤਾ ਭਾਵ ਰਹਿਮ ਕਰੋ। ਇਸ ਬਿਧ ਤਰੀਕੇ ਨਾਲ ਤੁਹਾਡਾ ਏਕਾਦਸ਼ੀ ਦਾ ਵਰਤ ਸੰਪੂਰਨ ਭਲੀ ਪ੍ਰਕਾਰ ਪੂਰਨ ਹੋਵੇਗਾ। ਅੰਤঃਕਰਨ ਵਿੱਚ ਸ਼ੁੱਧੀ ਰੂਪ ਵਰਤ ਸੰਪੂਰਨ ਹੋ ਜਾਵੇਗਾ। ਤਾਵਤ ਮਨ ਰਾਖੈ ਇਕ ਠਾਏ, ਮਨ ਤਨ ਸੁਧ ਜਪਤ ਹਰ ਨਾਏ। ਤਾਵਤ ਦੌੜਦੇ ਹੋਏ ਮਨ ਹਿਰਦੇ ਨੂੰ ਪਰਮੇਸ਼ਰ ਦੇ ਨਾਮ ਰੂਪੀ ਥਾਂ ਵਿੱਚ ਰੱਖਣਾ ਕਰੋ। ਇੱਕ ਅੰਤਰਮੁਖ ਬਿਰਤੀ ਕਰਨੇ ਰੂਪ ਥਾਂ ਵਿੱਚ ਰੱਖਣਾ ਕਰੋ। ਇਉਂ ਹਰੀ ਵਾਹਿਗੁਰੂ ਦਾ ਨਾਏ ਨਾਮ ਜਪਣੇ ਕਰਕੇ ਹਿਰਦਾ ਤੇ ਤਨ ਸਰੀਰ ਸ਼ੁੱਧ ਪਵਿੱਤਰ ਹੋ ਜਾਵੇਗਾ। ਸਭ ਮਹਿ ਪੂਰ ਰਹੇ ਪਾਰ ਬ੍ਰਹਮ, ਸਾਰਿਆਂ ਮਹਿ ਦਾ ਵਿੱਚ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਹਰੀ ਵਾਹਿਗੁਰੂ ਪੂਰਨ ਵਿਆਪਕ ਹੋ ਰਿਹਾ ਹੈ। ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ। ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹਰੀ ਵਾਹਿਗੁਰੂ ਦਾ ਕੀਰਤਨ ਜਸ ਕਰਿਆ ਕਰੋ। ਇਹੋ ਹੀ ਅਟਲ ਅਚਲ ਰਹਿਣ ਵਾਲਾ ਸਭ ਤੋਂ ਸ੍ਰੇਸ਼ਟ ਧਰਮ ਹੈ। ਸਲੋਕ ਦੁਰਮਤ ਹਰੀ ਸੇਵਾ ਕਰੀ, ਭੇਟੇ ਸਾਧ ਕਿਰਪਾਲ। ਜਦ ਪਰਮੇਸ਼ਰ ਦੇ ਦਿਆਲੂ ਸੰਤ ਜਨ ਭੇਟੇ ਮਿਲੇ, ਤਦ ਉਹਨਾਂ ਦੀ ਸੇਵਾ ਟਹਿਲ ਕਰੀ ਤਾਂ ਦੁਰਮਤ ਖੋਟੀ ਬੁੱਧੀ ਹਰੀ ਭਾਵ ਹੁੰਦਾ ਦੂਰ ਹੋ ਗਈ, ਨਾਸ ਹੋ ਗਈ। ਨਾਨਕ ਪ੍ਰਭ ਸਿਓ ਮਿਲ ਰਹੇ, ਬਿਨਸੇ ਸਗਲ ਜੰਜਾਲ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰ ਰਹੇ ਹਨ ਕਿ ਜਦ ਪ੍ਰਭੂ ਹਰੀ ਵਾਹਿਗੁਰੂ ਦੇ ਨਾਲ ਮਿਲੇ ਰਹੇ ਤਦ ਸਾਰੇ ਸੰਸਾਰਕ ਜੰਜਾਲ ਬੰਧਨ ਵੀ ਬਿਨਸੇ ਵਿਸ਼ੇਸ਼ ਕਰਕੇ ਨੱਸੇ ਨਾਸ ਹੋ ਗਏ। ਪੌੜੀ ਦੁਆਦਸੀ ਦਾਨ ਨਾਮ ਇਸਨਾਨ, ਹਰ ਕੀ ਭਗਤ ਕਰੋ ਤਜ ਮਾਨ। ਦੁਆਦਸੀ 2 ਤੇ 10 12, ਪਹਿਲਾ ਏਕਾਦਸ਼ੀ ਆਇਆ ਸੀ ਨਾ 10 ਤੋਂ ਬਾਅਦ 1 ਤੇ 10 11। ਹੁਣ 12ਵੀਂ ਥਿਤ ਦੁਆਰਾ ਕਥਨ ਕਰਦੇ ਦੁਆਦਸੀ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਕਰੋ। ਧਰਮ ਦੀ ਕਿਰਤ ਕਰਕੇ ਵੰਡ ਕੇ ਖਾਣਾ ਅਤੇ ਦਾਨ ਕਰਿਆ ਕਰੋ। ਸਤਿਗੁਰਾਂ ਨੇ ਗੁਰਸਿੱਖੀ ਵਿੱਚ ਨਾਮਦਾਨ ਇਸ਼ਨਾਨ ਨਿਯਮ ਦੱਸੇ ਹਨ। ਮਾਨ ਹੰਕਾਰ ਨੂੰ ਤਜ ਤਿਆਗ ਕੇ ਹਰੀ ਵਾਹਿਗੁਰੂ ਦੀ ਭਗਤ ਦੇ ਤੱਤੇ ਨੂੰ ਸਿਹਾਰੀ ਹੈ ਭਾਵ ਭਗਤੀ ਕਰਿਆ ਕਰੋ। ਹਰਿ ਅੰਮ੍ਰਿਤ ਪਾਨ ਕਰੋ ਸਾਧ ਸੰਗ, ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ। ਸਾਧ ਸੰਗਤ ਵਿੱਚ ਮਿਲ ਕੇ ਹਰੀ ਵਾਹਿਗੁਰੂ ਦੇ ਅਮਰ ਕਰਨ ਵਾਲੇ ਨਾਮ ਨੂੰ ਪੀਣਾ ਕਰੋ। ਪ੍ਰਭ ਹਰੀ ਵਾਹਿਗੁਰੂ ਦਾ ਜਦੋਂ ਰੰਗ ਪ੍ਰੇਮ ਨਾਲ ਕੀਰਤਨ ਜਸ ਕਰੋਗੇ ਤਾਂ ਮਨ ਦੁਨੀਆ ਦੀ ਆਸਾ ਵੱਲੋਂ ਤ੍ਰਿਪਤਾਸੈ ਤ੍ਰਿਪਤ ਹੋ ਜਾਵੇਗਾ, ਕਹਿਣ ਤੋਂ ਭਾਵ ਰੱਜ ਜਾਵੇਗਾ। ਕੋਮਲ ਬਾਣੀ ਸਭ ਕਉ ਸੰਤੋਖੈ, ਪੰਚ ਭੂ ਆਤਮਾ ਹਰ ਨਾਮ ਰਸ ਭੋਖੈ। ਕੋਮਲ ਨਰਮ ਭਾਵ ਮਿੱਠੀ ਬਾਣੀ ਬੋਲੀ ਬੋਲ ਕੇ ਸਾਰਿਆਂ ਨੂੰ ਸੰਤੋਖੈ ਭਲੀ ਪ੍ਰਕਾਰ, ਪ੍ਰਸੰਨ ਭਾਵ ਸੰਤੁਸ਼ਟ ਕਰੇ। ਪੰਜਾਂ ਤੱਤਾਂ ਦੀ ਸਤੋ ਅੰਸ਼ ਤੋਂ ਜੋ ਆਤਮਾ ਮਨ ਉਤਪੰਨ ਹੋਇਆ ਹੈ ਉਸ ਨੂੰ ਹਰੀ ਵਾਹਿਗੁਰੂ ਦੇ ਨਾਮ ਰਸ ਨਾਲ ਭੋਖੈ ਭਾਵ ਪਾਲਣਾ ਕਰੋ। ਗੁਰ ਪੂਰੇ ਤੇ ਇਹ ਨਿਹਚਉ ਪਾਈਐ, ਨਾਨਕ ਰਾਮ ਰਮਤ ਫਿਰ ਜੋਨ ਨ ਆਈਐ। ਇਹ ਨਿਹਚੋ ਨਿਸ਼ਚਾ ਪੂਰਨ ਸਤਿਗੁਰਾਂ ਤੋਂ ਪਾਈਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਨਾਮ ਨੂੰ ਰਮਤ ਉਚਾਰਨ ਕਰਕੇ ਫਿਰ ਮੁੜ ਕੇ ਜੂਨਾਂ ਵਿੱਚ ਨਹੀਂ ਆਈਦਾ। ਸਲੋਕ ਤੀਨ ਗੁਣਾ ਮਹਿ ਵਿਆਪਿਆ, ਪੂਰਨ ਹੋਤ ਨ ਕਾਮ। ਜੀਵ ਤਿੰਨਾਂ ਗੁਣਾ ਰਜੋ ਤਮੋ ਸਤੋ ਗੁਣਾ ਵਿੱਚ ਹੀ ਵਿਆਪਿਆ ਲੱਗਿਆ ਹੋਇਆ ਹੈ। ਇਸ ਕਰਕੇ ਇਸ ਦਾ ਪਰਮਾਰਥ ਦੀ ਪ੍ਰਾਪਤੀ ਦਾ ਕੰਮ ਪੂਰਨ ਸੰਪੂਰਨ ਨਹੀਂ ਹੁੰਦਾ। ਪਤਿਤ ਉਦਾਹਰਣ ਮਨ ਬਸੈ, ਨਾਨਕ ਛੂਟੈ ਨਾਮ। ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਪਤਿਤ ਉਦਾਹਰਣ ਪਾਪੀਆਂ ਦੇ ਉਧਾਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਜੇ ਮਨ ਵਿੱਚ ਵਸ ਜਾਵੇ ਤਾਂ ਜੀਵ ਦਾ ਤਿੰਨਾਂ ਗੁਣਾਂ ਤੋਂ ਛੁਟਕਾਰਾ ਹੋ ਸਕਦਾ ਹੈ। ਪੌੜੀ
त्रयोदशी तीन ताप संसार, आवत जात नरक अवतार। ਤਰੋ ਕਹੀਏ ਤਿੰਨ ਤੇ ਦਸੀ ਕਹੀਏ 10, 3 ਤੇ 10 13। 13ਵੀਂ ਥਿਤ ਦੁਆਰਾ ਕਥਨ ਕਰਦੇ ਹਨ ਕਿ ਸਾਰੇ ਸੰਸਾਰ ਜਗਤ ਨੂੰ ਤਿੰਨ ਆਦ ਵਿਆਦ ਉਪਾਦ ਰੂਪ ਤਾਪ ਲੱਗੇ ਹੋਏ ਆ। ਇਸ ਕਰਕੇ ਜੀਵ ਜਨਮ ਧਾਰ ਕੇ ਆਵਤ ਆਉਂਦਾ ਹੈ ਤੇ ਦੁਨੀਆ ਤੋਂ ਮਰ ਕੇ ਜਾਤ ਕੀਏ ਜਾਣਾ ਕਰਦਾ ਹੈ, ਜਿਸ ਕਰਕੇ ਜੀਵ ਨੂੰ ਨਰਕਾਂ ਵਿੱਚ ਅਵਤਾਰ ਕਹੀਏ ਉਤਰਨਾ ਪੈਂਦਾ ਹੈ। ਹਰ ਹਰ ਭਜਨ ਨ ਮਨ ਮਹਿ ਆਇਓ, ਸੁਖ ਸਾਗਰ ਪ੍ਰਭ ਨਿਮਖ ਨ ਗਾਇਓ। ਜਿਨ੍ਹਾਂ ਦੇ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਭਜਨ ਸਿਮਰਨ ਮਨ ਹਿਰਦੇ ਵਿੱਚ ਆਇਓ ਆ ਕੇ ਨਹੀਂ ਨਾ ਵਸਿਆ, ਅਤੇ ਸੁਖ ਸਾਗਰ ਸੁੱਖਾਂ ਦੇ ਸਾਗਰ ਸਮੁੰਦਰ ਪ੍ਰਭੂ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਨਿਮਖ ਛਿਨ ਮਾਤਰ ਵੀ ਗਾਇਣ ਨਹੀਂ ਕੀਤਾ। ਹਰਖ ਸੋਗ ਕਾ ਦੇਹ ਕਰ ਬਾਧਿਓ, ਦੀਰਘ ਰੋਗ ਮਾਇਆ ਆ ਸਾਧਿਓ। ਹਰਖ ਖੁਸ਼ੀ ਤੇ ਸੋਗ ਗਮ ਦਾ ਦੇਹ ਸਰੀਰ ਦੀ ਹੰਗਤਾ ਕਰਕੇ ਜੀਵ ਦਾ ਮਨ ਬਾਧਿਓ ਬੰਨਿਆ ਹੋਇਆ ਹੈ। ਮਾਇਆ ਦਾ ਆਸਾਧਿਓ ਨਾ ਦੂਰ ਹੋਣ ਵਾਲਾ ਦੀਰਘ ਵੱਡਾ ਰੋਗ ਲੱਗਿਆ ਹੋਇਆ ਹੈ। ਦਿਨ ਹੈ ਬਿਕਾਰ ਕਰਤ ਸ਼ਰਮ ਪਾਇਓ, ਨੈਣੀ ਨੀਂਦ ਸੁਪਨ ਬਰੜਾਇਓ। ਦਿਨ ਹੈ ਕਹੀਏ ਦਿਨ ਵਿੱਚ ਕਈ ਤਰ੍ਹਾਂ ਦੇ ਵਿਕਾਰ ਵਿਸ਼ੇ ਵਿਕਾਰਾਂ ਨੂੰ ਕਰਦਾ ਹੋਇਆ, ਸ਼ਰਮ ਕਹੀਏ ਥਕਾਵਟ ਪਾਉਂਦਾ ਥੱਕ ਜਾਂਦਾ। ਨੈਣੀ ਨੇਤਰਾਂ ਵਿੱਚ ਰਾਤ ਨੂੰ ਨੀਂਦ ਆਉਂਦੀ ਹੈ ਤੇ ਸੁਪਨੇ ਵਿੱਚ ਬਰੜਾਇਓ ਬਰੜਾ ਬਰੜਾ ਕੇ ਉਹੀ ਵਿਕਾਰਾਂ ਦੇ ਉਹੀ ਵਿਚਾਰਾਂ ਦੇ ਸ਼ਬਦ ਬੋਲਣਾ ਕਰਦਾ ਹੈ। ਹਰ ਬਿਸਰਤ ਹੋਵਤ ਇਹ ਹਾਲ, ਸਰਨ ਨਾਨਕ ਪ੍ਰਭ ਪੁਰਖ ਦਇਆਲ। ਹਰੀ ਅਕਾਲ ਪੁਰਖ ਵਾਹਿਗੁਰੂ ਨਾਲੋਂ ਬਿਸਰਤ ਵਿਸਰਨੇ ਭੁੱਲਣੇ ਕਰਕੇ ਹੀ ਜੀਵ ਦੀ ਇਹੋ ਜਿਹੀ ਹਾਲਤ ਦਸ਼ਾ ਹੁੰਦੀ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪ੍ਰਭੂ ਹਰੀ ਵਾਹਿਗੁਰੂ ਦਿਆਲੂ ਦੀ ਸ਼ਰਨ ਓਟ ਪੈਣੇ ਕਰਕੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਸਲੋਕ 4 ਕੁੰਟ 14 ਭਵਨ ਸਗਲ ਵਿਆਪਤ ਰਾਮ। 4 ਕੁੰਟ ਕਿਹੜੇ ਪੂਰਬ ਉੱਤਰ ਪੱਛਮ ਦੱਖਣ ਆਦਿ 14 ਭਵਨ ਲੋਕਾਂ ਆਦਿ ਸਗਲ ਸਾਰਿਆਂ ਥਾਵਾਂ ਵਿੱਚ ਰਾਮ ਪਰਮੇਸ਼ਰ ਆਪ ਵਿਆਪਕ ਹੈ। ਨਾਨਕ ਊਨ ਨ ਦੇਖੀਐ ਪੂਰਨ ਤਾਕੇ ਕਾਮ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਕਿਸੇ ਥਾਂ ਵੀ ਊਨ ਕਹੀਏ ਨਿਊਨ ਘੱਟ ਨਹੀਂ ਦੇਖੀਦਾ। ਉਸ ਦੇ ਸਾਰੇ ਕਾਮ ਕਾਰਜ ਸਾਰੇ ਹੀ ਪੂਰੇ ਹੀ ਹੁੰਦੇ ਆ। ਪੌੜੀ 14 4 ਕੁੰਟ ਪ੍ਰਭ ਆਪ, ਸਗਲ ਭਵਨ ਪੂਰਨ ਪ੍ਰਤਾਪ। 14 ਸਥਿਤ ਦੁਆਰਾ ਕਥਨ ਕਰਦੇ ਹਨ ਕਿ ਚਾਰੇ ਕੁੰਟਾਂ ਉੱਤਰ ਦੱਖਣ ਪੂਰਬ ਪੱਛਮ ਵਿੱਚ ਆਪ ਪ੍ਰਭੂ ਹਰੀ ਵਾਹਿਗੁਰੂ ਵਿਆਪਕ ਹੋ ਰਿਹਾ। ਮਨ ਬੁੱਧ ਚਿੱਤ ਚਾਰੇ ਅੰਤःਕਰਨ ਵਿੱਚ ਪਰਮੇਸ਼ਰ ਆਪ ਵਿਆਪਕ ਹੈ। ਸਗਲ ਸਾਰੇ ਭਵਨ ਲੋਕਾਂ ਵਿੱਚ ਉਸ ਹਰੀ ਵਾਹਿਗੁਰੂ ਦਾ ਪੂਰਨ ਪ੍ਰਤਾਪ ਤੇਜ ਪ੍ਰਭਾਵ ਹੈ। ਦਸੇ ਦਿਸ਼ਾ ਰਵਿਆ ਪ੍ਰਭ ਏਕ, ਧਰਨ ਆਕਾਸ ਸਭ ਮਹਿ ਪ੍ਰਭ ਪੇਖ। ਦਸਾਂ ਦਿਸ਼ਾਵਾਂ ਵਿੱਚ ਇੱਕ ਪ੍ਰਭੂ ਹਰੀ ਵਾਹਿਗੁਰੂ ਅਦਵੈਤ ਰੂਪ ਵਿਆਪਕ ਹੋ ਰਿਹਾ। ਹੇ ਭਾਈ, ਧਰਤੀ ਤੇ ਆਕਾਸ਼ ਆਦਿ ਸਾਰਿਆਂ ਵਿੱਚ ਪ੍ਰਭੂ ਹਰੀ ਵਾਹਿਗੁਰੂ ਨੂੰ ਵੇਖਣਾ ਕਰੋ। ਬੁੱਧੀ ਰੂਪੀ ਧਰਤੀ ਤੇ ਅੰਤःਕਰਨ ਰੂਪੀ ਆਕਾਸ਼ ਵਿੱਚ ਉਸੇ ਪ੍ਰਭੂ ਨੂੰ ਦੇਖਣਾ ਕਰੋ। ਜਲ ਥਲ ਬਨ ਪਰਬਤ ਪਾਤਾਲ, ਪਰਮੇਸ਼ਰ ਤਹਿ ਬਸਹਿ ਦਇਆਲ। ਜੋ ਜਲ ਤਰਲ ਥਾਵਾਂ, ਥਲ ਖੁਸ਼ਕ ਥਾਵਾਂ, ਬਨ ਜੰਗਲ, ਪਰਬਤ ਪਹਾੜ ਤੇ ਪਾਤਾਲ ਪ੍ਰਿਥਵੀ ਦੇ ਹੇਠਲੇ ਲੋਕ ਹਨ। ਜਲ ਦੀ ਨਿਆਈ ਉੱਤਮ ਅਧਿਕਾਰੀ, ਥਲ ਦੀ ਨਿਆਈ ਕਨਿਸ਼ਟ ਅਧਿਕਾਰੀ, ਬਨ ਦੀ ਨਿਆਈ ਬਾਨ ਪ੍ਰਸਤੀ, ਪਰਬਤ ਦੀ ਨਿਆਈ ਦਸਮ ਦੁਆਰ ਵਾਲੇ ਤੇ ਪਤਾਲ ਦੀ ਨਿਆਈ ਨਿਮਰਤਾ ਵਾਲੇ। ਉੱਥੇ ਉਹਨਾਂ ਸਾਰਿਆਂ ਵਿੱਚ ਦਇਆਲ ਦਇਆ ਦਾ ਘਰ ਪਰਮੇਸ਼ਰ ਆਪ ਸਾਖਿਆਤ ਹੋ ਕੇ ਵਸ ਰਿਹਾ ਹੈ। ਸੂਖਮ ਅਸਥੂਲ ਸਗਲ ਭਗਵਾਨ, ਨਾਨਕ ਗੁਰਮੁਖ ਬ੍ਰਹਮ ਪਛਾਨ।
ਸੂਖਮ ਛੋਟੇ ਕੀੜੀ ਮੱਛਰ ਆਦ, ਅਸਥੂਲ ਵੱਡੇ ਹਾਥੀ ਆਦ, ਸਾਰਿਆਂ ਵਿੱਚ ਹੀ ਭਗਵਾਨ ਹਰੀ ਆਪ ਹੀ ਵਸ ਰਿਹਾ। ਸੂਖਮ ਹਿਰਨ ਗਰਭ ਰੂਪ, ਅਸਥੂਲ ਵਿਰਾਟ ਰੂਪ, ਸਗਲ ਸਾਰਿਆਂ ਵਿੱਚ ਭਗਵਾਨ ਸ਼ੋਭਨੀਕ ਹੀ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਮੁਖ ਮੁਖੀ ਗੁਰਾਂ ਦੀ ਸੰਗਤ ਦੁਆਰਾ ਉਸ ਬ੍ਰਹਮ ਵਿਆਪਕ ਵਾਹਿਗੁਰੂ ਨੂੰ ਪਛਾਨਣਾ ਕਰੋ। ਸਲੋਕ ਆਤਮ ਜੀਤਾ ਗੁਰਮਤਿ ਗੁਣ ਗਾਏ ਗੋਬਿੰਦ। ਜਿਨ੍ਹਾਂ ਨੇ ਗੁਰਾਂ ਦੀ ਸਿੱਖਿਆ ਧਾਰ ਕੇ ਆਤਮ ਮਨ ਨੂੰ ਜਿੱਤਿਆ ਹੈ, ਜਿਨ੍ਹਾਂ ਨੇ ਗੁਰਮਤਿ ਗੁਰਾਂ ਦੀ ਸਿੱਖਿਆ ਲੈ ਕੇ ਗੋਬਿੰਦ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲੇ ਵਾਹਿਗੁਰੂ ਦੇ ਗੁਣ ਗਾਉਣਾ ਕੀਤੇ ਹਨ, ਉਹਨਾਂ ਨੇ ਆਪਣੇ ਆਤਮ ਮਨ ਨੂੰ ਜਿੱਤ ਲਿਆ ਹੈ। ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸੰਤ ਪ੍ਰਸਾਦੀ ਸੰਤ ਮਹਾਤਮਾ ਦੀ ਕਿਰਪਾ ਸਦਕਾ ਸਾਰੇ ਭੈ ਡਰ ਨਾਸ ਹੋ ਜਾਂਦੇ ਹਨ ਅਤੇ ਚਿੰਤਾ ਵੀ ਬਿਨਸੀ ਗਈਏ ਵਿਸ਼ੇਸ਼ ਕਰਕੇ ਨਾਸ ਹੋ ਗਈ, ਦੂਰ ਹੋ ਗਈ। ਪੌੜੀ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ। ਅਮਾਵਸ ਮੱਸਿਆ ਥਿਤ ਦੁਆਰਾ ਕਥਨ ਕਰਦੇ ਹਨ ਕਿ ਜਿਨ੍ਹਾਂ ਨੂੰ ਗੁਰਦੇਵ ਗੁਰੂ ਨਾਨਕ ਦੇਵ ਜੀ ਨੇ ਸੰਤੋਖ ਸਬਰ ਦਿੱਤਾ, ਭਾਵ ਬਖਸ਼ਣਾ ਕੀਤਾ ਹੈ, ਉਹ ਆਤਮ ਮਨ ਕਰਕੇ ਸੁਖੀ ਹੋਏ ਹਨ। ਮਨ ਤਨ ਸੀਤਲ ਸਾਂਤ ਸਹਿਜ ਲਾਗਾ ਪ੍ਰਭ ਕੀ ਸੇਵ। ਜੋ ਜੀਵ ਪ੍ਰਭ ਪਰਮੇਸ਼ਰ ਦੀ ਸੇਵ ਟਹਿਲ ਵਿੱਚ ਲੱਗਿਆ ਹੋਇਆ, ਉਸ ਦਾ ਸੁਤੇ ਸਿੱਧ ਮਨ ਵੀ ਵਿਕਾਰਾਂ ਦੀ ਤਪਸ਼ ਵੱਲੋਂ ਸੀਤਲ ਠੰਡਾ ਹੋ ਗਿਆ ਅਤੇ ਤਨ ਸਰੀਰ ਵੀ ਸ਼ਾਂਤੀ ਦੇ ਸਹਿਤ ਹੋ ਗਿਆ। ਉਸ ਦਾ ਮਨ ਤੇ ਤਨ ਸੀਤਲ ਹੋ ਗਿਆ ਅਤੇ ਅੰਦਰ ਸ਼ਾਂਤੀ ਤੇ ਸਹਿਜ ਅਵਸਥਾ ਪ੍ਰਾਪਤ ਹੋਈ ਹੈ। ਟੂਟੇ ਬੰਧਨ ਬਹੁ ਬਿਕਾਰ ਸਫਲ ਪੂਰਨ ਤਾਕੇ ਕਾਮ। ਬਹੁਤੇ ਵਿਸ਼ੇ ਵਿਕਾਰਾਂ ਦੇ ਬੰਧਲ ਜੰਜਾਲ ਟੁੱਟ ਜਾਂਦੇ ਹਨ ਅਤੇ ਉਸ ਦੇ ਸਾਰੇ ਹੀ ਕਾਰਜ ਸਫਲ ਸਹਿਤ ਫਲ ਦੇ ਪੂਰੇ ਹੋ ਜਾਂਦੇ ਹਨ। ਦੁਰਮਤ ਮਿਟੀ ਹਉਮੈ ਛੁਟੀ ਸਿਮਰਤ ਹਰ ਕੋ ਨਾਮ। ਹਰੀ ਵਾਹਿਗੁਰੂ ਦਾ ਨਾਮ ਸਿਮਰਨੇ ਕਰਕੇ ਉਸ ਦੇ ਅੰਦਰੋਂ ਦੁਰਮਤ ਖੋਟੀ ਮਤ ਦੂਰ ਹੋ ਜਾਂਦੀ, ਹਉਮੈ ਹੰਗਤਾ ਮਮਤਾ ਵੀ ਛੁੱਟ ਜਾਂਦੀ ਹੈ। ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ। ਜਿਸ ਨੇ ਪਾਰ ਬ੍ਰਹਮ ਹਰੀ ਵਾਹਿਗੁਰੂ ਦੀ ਸ਼ਰਨ ਓਟ ਗ੍ਰਹਿਣ ਕੀਤੀ ਹੈ, ਉਸ ਦਾ 84 ਲੱਖ ਜੂਨ ਦਾ ਆਵਾ ਗਮਨ ਆਉਣਾ ਜਾਣਾ ਜੰਮਣਾ ਮਰਨਾ ਮਿਟ ਗਿਆ। ਆਪ ਤਰਿਆ ਕੁਟੰਬ ਸਿਓ ਗੁਣ ਗੋਬਿੰਦ ਪ੍ਰਭ ਰਵਨ। ਜੋ ਜੀਵ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪ੍ਰਭ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਰਵਨ ਉਚਾਰਦਾ ਹੈ, ਉਹ ਆਪ ਕੁਟੰਬ ਪਰਿਵਾਰ ਦੇ ਨਾਲ ਤਰਿਆ ਤਰ ਗਿਆ ਹੈ। ਹਰ ਕੀ ਟਹਿਲ ਕਮਾਵਣੀ ਜਪੀਐ ਪ੍ਰਭ ਕਾ ਨਾਮ। ਹਰੀ ਵਾਹਿਗੁਰੂ ਦੀ ਭਗਤੀ ਰੂਪੀ ਟਹਿਲ ਸੇਵਾ ਕਮਾਉਣੀ ਚਾਹੀਦੀ ਹੈ ਅਤੇ ਹਰੀ ਵਾਹਿਗੁਰੂ ਦਾ ਨਾਮ ਹੀ ਜਪਣਾ ਚਾਹੀਦਾ ਹੈ। ਗੁਰਾਂ ਦਾ ਨਾਮ ਜਪਣਾ ਤੇ ਜਪਾਉਣ ਰੂਪ ਸੇਵਾ ਕਰਨੀ ਚਾਹੀਦੀ ਹੈ। ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ। ਸਤਿਗੁਰੂ ਜੀ ਕਥਨ ਕਰ ਰਹੇ ਹਨ ਕਿ ਜਿਸ ਨੇ ਪੂਰਨ ਸਤਿਗੁਰਾਂ ਤੋਂ ਨਾਮ ਦੀ ਦਾਤ ਨੂੰ ਪ੍ਰਾਪਤ ਕੀਤਾ ਹੈ, ਉਸ ਦਾ ਸੁਖ ਸਰੂਪ ਵਿੱਚ ਵਿਸਰਾਮ ਕਹੀਏ ਨਿਵਾਸ ਹੋ ਜਾਂਦਾ ਹੈ। ਸਲੋਕ ਪੂਰਨ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪ। ਜਿਸ ਨੂੰ ਪਰਮੇਸ਼ਰ ਨੇ ਆਪ ਗੁਰਾਂ ਦੁਆਰਾ ਬ੍ਰਹਮ ਗਿਆਨ ਦੇ ਕੇ ਪੂਰਾ ਕੀਤਾ ਹੈ, ਉਸ ਪੂਰਨ ਪੂਰੇ ਪੁਰਖ ਦਾ ਮਨ ਵਿਸ਼ੇ ਵਿਕਾਰਾਂ ਜਾਂ ਮਾਇਕੀ ਪਦਾਰਥਾਂ ਵੱਲ ਕਦੇ ਵੀ ਨਹੀਂ ਡੋਲਦਾ। ਦਿਨ ਦਿਨ ਚੜ੍ਹੈ ਸਵਾਇਆ ਨਾਨਕ ਹੋਤ ਨਾ ਘਾਟ। ਗੁਰੂ ਜੀ ਕਥਨ ਕਰਦੇ ਹਨ ਕਿ ਉਸ ਦੀ ਮਹਿਮਾ ਦਿਨੋਂ ਦਿਨ ਭਾਵ ਦਿਨ ਪ੍ਰਤੀ ਦਿਨ ਚੜ੍ਹੇ ਸਵਾਇਆ ਦੂਣੀ ਚੌਣੀ ਹੁੰਦੀ ਹੈ, ਕਦੇ ਵੀ ਘੱਟ ਨਹੀਂ ਹੁੰਦੀ। ਪੌੜੀ ਪੂਰਨਮਾ ਪੂਰਨ ਪ੍ਰਭ ਏਕ ਕਰਨ ਕਾਰਨ ਸਮਰੱਥ। ਪੂਰਨਮਾ ਕਹੀਏ ਪੁੰਨਿਆਂ ਦੁਆਰਾ ਹੁਣ ਕਥਨ ਕਰਦੇ ਆ ਕਿ ਇੱਕ ਪ੍ਰਭੂ ਹਰੀ ਵਾਹਿਗੁਰੂ ਸਾਰੇ ਹੀ ਵਿਆਪਕ ਹੋ ਰਿਹਾ ਹੈ ਅਤੇ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਸਮਰੱਥ ਸਰਬ ਕਲਾ ਸਮਰੱਥ ਪਰਮੇਸ਼ਰ ਆਪ ਹੀ ਹੈ। ਜੀ ਜੰਤ ਦਇਆਲ ਪੁਰਖ ਸਭ ਉਪਰ ਜਾ ਕਾ ਹੱਥ।
ਅਕਾਲ ਪੁਰਖ ਵਾਹਿਗੁਰੂ ਸਾਰੇ ਛੋਟੇ ਵੱਡੇ ਜੀਆਂ ਜਨਤਾ ਤੇ ਦਿਆਲਤਾ ਕਰਨ ਵਾਲਾ ਹੈ ਤੇ ਸਾਰਿਆਂ ਉੱਪਰ ਉੱਤੇ ਜਿਸ ਵਾਹਿਗੁਰੂ ਦਾ ਕਿਰਪਾ ਰੂਪੀ ਹੱਥ ਹੈ। ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾਕਾ ਹੋਏ। ਉਹ ਗੋਬਿੰਦ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ ਪਰਮੇਸ਼ਰ ਗੁਣਾਂ ਦਾ ਨਿਧਾਨ ਖਜ਼ਾਨਾ ਤੇ ਗੁਰ ਪੂਜਨੀਕ ਗੁਰੂ ਰੂਪ ਆਪ ਹੀ ਹੈ। ਜਾਕਾ ਕਹੀਏ ਜਿਸ ਦਾ ਕੀਤਾ ਹੋਇਆ ਹੀ ਸਭ ਕੁਝ ਹੁੰਦਾ ਹੈ ਤੇ ਹੋ ਰਿਹਾ। ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਏ। ਅੰਤਰ ਜਾਮੀ ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲਾ ਪ੍ਰਭ ਪਰਮੇਸ਼ਰ ਸੁਜਾਨ ਸਿਆਣਾ ਹੈ ਅਤੇ ਉਹ ਹੀ ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਅਲਖ ਲਖਣ ਤੋਂ ਰਹਿਤ ਸਰੂਪ ਹੈ। ਪਾਰ ਬ੍ਰਹਮ ਪਰਮੇਸ਼ਰ ਸਭ ਬਿਦ ਜਾਣਨ ਹਾਰ। ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਪਰਮ ਈਸ਼ਵਰ ਭਾਵ ਸਰਬ ਦੀ ਪੂਰਤੀ ਕਰਨ ਵਾਲਾ ਪਰਮੇਸ਼ਰ ਸਾਰਿਆਂ ਬਿਦ ਤਰੀਕਿਆਂ ਕਰਕੇ ਦੁਨੀਆ ਦੀ ਪਾਲਣਾ ਪੋਸ਼ਣਾ ਨੂੰ ਜਾਣਨ ਵਾਲਾ ਆਪ ਹੀ ਹੈ। ਸੰਤ ਸਹਾਈ ਸਰਨ ਜੋਗ ਆਠ ਪਹਿਰ ਨਮਸਕਾਰ। ਆਪਣੇ ਪਿਆਰੇ ਸੰਤਾਂ ਮਹਾਤਮਾ ਦੀ ਸਹਾਇਤਾ ਕਰਨ ਵਾਲਾ ਤੇ ਸਰਨ ਓਟ ਆਇਆਂ ਨੂੰ ਰੱਖਣ ਦੇ ਯੋਗ ਲਾਇਕ ਹੈ। ਐਸੇ ਪਰਮੇਸ਼ਰ ਨੂੰ ਅੱਠੇ ਪਹਿਰ ਨਮਸਕਾਰ ਬੰਦਨਾ ਹੈ। ਅਕਥ ਕਥਾ ਨਹਿ ਬੂਝੀਐ ਸਿਮਰਹੁ ਹਰਿ ਕੇ ਚਰਨ। ਵਾਹਿਗੁਰੂ ਦੀ ਕਥਾ ਕਹਾਣੀ ਭਾਵ ਕਰਨੀ ਕਥਨ ਤੋਂ ਰਹਿਤ ਹੈ। ਕਿਸੇ ਨੂੰ ਬੂਝੀਐ ਸਮਝ ਨਹੀਂ ਪੈਂਦੀ। ਇਸੇ ਕਰਕੇ ਹਰੀ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਧਿਆਨ ਧਰ ਕੇ ਉਸ ਨੂੰ ਸਿਮਰਨਾ ਕਰੋ, ਯਾਦ ਕਰੋ। ਪਤਿਤ ਉਦਾਹਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਪਤਿਤ ਪਾਪੀਆਂ ਦਾ ਉਧਾਰ ਕਰਨ ਵਾਲਾ ਤੇ ਅਨਾਥ ਗਰੀਬਾਂ ਦਾ ਨਾਥ ਸੁਆਮੀ ਹੈ, ਉਸ ਪ੍ਰਭੂ ਹਰੀ ਵਾਹਿਗੁਰੂ ਦੀ ਸ਼ਰਨ ਓਟ ਵਿੱਚ ਪੈਣਾ ਕਰੋ। ਇੱਥੋਂ ਤੱਕ 16 ਥਿੱਤਾਂ ਹਨ। 15 ਤੇ 16ਵੀਂ ਪੂਰਨਮਾਸ਼ੀ ਦੀ ਹੈ। ਅੱਗੇ 17ਵੀਂ ਪੌੜੀ ਵਿੱਚ ਸਤਿਗੁਰੂ ਜੀ 17ਵੀਂ ਵਿੱਚ ਸਤਿਗੁਰੂ ਜੀ ਮਹਾਤਮ ਦੱਸਦੇ ਹਨ। ਸਲੋਕ ਦੁਖ ਬਿਨਸੇ ਸਹਿਸਾ ਗਇਓ ਸਰਨ ਗਹੀ ਹਰ ਰਾਏ। ਜਿਨ੍ਹਾਂ ਨੇ ਹਰ ਰਾਏ ਹਰੀ ਵਾਹਿਗੁਰੂ ਰਾਜਾ ਸਰੂਪ ਦੀ ਓਟ ਗਹੀ ਗ੍ਰਹਿਣ ਕੀਤੀ ਹੈ, ਉਹਨਾਂ ਦਾ ਜੰਮਣ ਮਰਨ ਦਾ ਦੁੱਖ ਵਿਸ਼ੇਸ਼ ਕਰਕੇ ਨਸ ਗਿਆ। ਸਹਿਸਾ ਸੰਸਾ ਵੀ ਦੂਰ ਹੋ ਗਿਆ ਹੈ। ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜੇ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਏ ਕਹੀਏ ਗਾਉਂਦੇ ਹਨ, ਉਹਨਾਂ ਦੇ ਮਨ ਚਿੰਦੇ ਮਨ ਇੱਛਤ ਫਲ ਪ੍ਰਾਪਤ ਕੀਤੇ ਹਨ। ਉਹਨਾਂ ਨੇ ਪੌੜੀ ਕੋਈ ਗਾਵੇ ਕੋ ਸੁਣੈ ਕੋਈ ਕਰੈ ਵਿਚਾਰ। ਸਤਿਗੁਰੂ ਕਿਰਪਾ ਕਰ ਰਹੇ ਹਨ। ਭਾਵੇਂ ਕੋਈ ਇਸ ਅੰਮ੍ਰਿਤ ਰੂਪ ਬਾਣੀ ਨੂੰ ਕੀਰਤਨ ਕਰਕੇ ਗਾ ਲਵੇ, ਭਾਵੇਂ ਕੋਈ ਪ੍ਰਤੱਖ ਕੰਨਾਂ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਨਾ ਕਰੇ, ਭਾਵੇਂ ਕੋਈ ਵਿਚਾਰ ਨਿਰਣਾ ਕਰਕੇ ਵੇਖ ਲਵੇ। ਕੋ ਉਪਦੇਸੈ ਕੋ ਦ੍ਰਿੜੈ ਤਿਸਕਾ ਹੋਏ ਉਧਾਰ। ਚਾਹੇ ਕੋਈ ਕਿਸੇ ਨੂੰ ਉਪਦੇਸ਼ ਦੇਵੇ, ਭਾਵੇਂ ਕੋਈ ਦ੍ਰਿੜ ਕਰੇ, ਭਾਵੇਂ ਕੋਈ ਪਰਮੇਸ਼ਰ ਰੂਪ ਬਾਣੀ ਦੇ ਸਿਧਾਂਤ ਦੁਆਰਾ ਕਿਸੇ ਨੂੰ ਉਪਦੇਸ਼ ਦੇਵੇ, ਭਾਵੇਂ ਕੋਈ ਸੁਣੇ ਹੋਏ ਸਿਧਾਂਤ ਨੂੰ ਨਿਸ਼ਚੇ ਕਰਕੇ ਦ੍ਰਿੜੈ ਪੱਕਾ ਕਰੇ, ਤਿਸਕਾ ਕਹੀਏ ਉਸ ਦਾ ਸੰਸਾਰ ਸਮੁੰਦਰ ਤੋਂ ਉਧਾਰ ਮੁਕਤ ਹੋ ਜਾਵੇਗਾ। ਕਿਲ ਬਿਖ ਕਾਟੈ ਹੋਏ ਨਿਰਮਲਾ ਜਨਮ ਜਨਮ ਮਲ ਜਾਏ। ਉਸ ਦੇ ਸਾਰੇ ਹੀ ਕਿਲ ਬਿਖ ਗੁਨਾਹ ਕੱਟੇ ਜਾਣਗੇ ਤੇ ਮਨ ਨਿਰਮਲਾ ਉਜਲਾ ਹੋ ਜਾਵੇਗਾ ਅਤੇ ਹਿਰਦੇ ਵਿੱਚੋਂ ਜਨਮਾਂ ਜਨਮਾਤਰਾਂ ਦੀ ਮਲ ਮੈਲ ਸਭ ਕਹੀਏ ਸਾਰੀ ਚਲੀ ਜਾਵੇਗੀ। ਹਲਤ ਪਲਤ ਮੁਖ ਉਜਲਾ ਨਹਿ ਪੋਹੈ ਤਿਸ ਮਾਏ। ਉਸ ਦਾ ਹਲਤ ਪਲਤ ਲੋਕ ਪ੍ਰਲੋਕ ਵਿੱਚ ਮੁਖੜਾ ਉਜਲਾ ਪਵਿੱਤਰ ਹੋਵੇਗਾ ਅਤੇ ਉਸ ਨੂੰ ਮਾਇਆ ਪੋਹ ਨਹੀਂ ਸਕਦੀ। ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤ। ਉਹ ਸੁਰਤਾ ਸ੍ਰੇਸ਼ਟ ਗਿਆਨ ਵਾਲਾ ਹੈ, ਉਹ ਹੀ ਬੈਸਨੋ ਵੈਸ਼ਨਵ ਹੈ, ਉਹ ਹੀ ਦੁੱਖ ਸੁੱਖ ਵਿੱਚ ਬਿਰਤੀ ਨੂੰ ਸਮ ਬਰਾਬਰ ਰੱਖਣ ਵਾਲਾ ਗਿਆਨੀ ਗਿਆਨਵਾਨ ਅਤੇ ਪਰਮੇਸ਼ਰ ਦੇ ਨਾਮ ਰੂਪੀ ਧਨ ਵਾਲਾ ਧਨਵੰਤ ਧਨਾੜ ਹੈ। ਸੋ ਸੂਰਾ ਕੁਲਵੰਤ ਸੋਏ।
ਜਿਨ ਭਜਿਆ ਭਗਵੰਤ, ਉਹੀ ਸੂਰਾ ਸੂਰਬੀਰ ਹੈ ਅਤੇ ਉਹੀ ਕੁਲਵੰਤ ਸ੍ਰੇਸ਼ਟ ਕੁਲ ਵਾਲਾ ਹੈ, ਜਿਸ ਨੇ ਭਗਵੰਤ ਹਰੀ ਵਾਹਿਗੁਰੂ ਪਰਮਾਤਮਾ ਨੂੰ ਭਜਿਆ ਕਿ ਇਹ ਸਿਮਰਿਆ ਹੈ। ਖੱਤਰੀ ਬ੍ਰਾਹਮਣ ਸੂਦ ਬੈਸ, ਉਧਰੈ ਸਿਮਰ ਚੰਡਾਲ। ਖੱਤਰੀ ਬ੍ਰਾਹਮਣ ਸੂਦ ਸ਼ੂਦਰ ਵੈਸ, ਭਾਵੇਂ ਕੋਈ ਚੰਡਾਲ ਨੀਚ ਕੌਮ ਹੈ, ਇਹਨਾਂ ਵਿੱਚੋਂ ਜਿਹੜਾ ਹਰੀ ਵਾਹਿਗੁਰੂ ਦਾ ਸਿਮਰਨ ਕਰੇਗਾ ਉਹ ਉਧਰੈ ਮੁਕਤ ਹੋ ਜਾਵੇਗਾ। ਜਿਨ ਜਾਣਿਓ ਪ੍ਰਭ ਆਪਨਾ, ਨਾਨਕ ਤਿਸਹਿ ਰਵਾਲ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੇ ਪ੍ਰਭ ਹਰੀ ਵਾਹਿਗੁਰੂ ਨੂੰ ਆਪਣਾ ਜਾਣਿਓ ਜਾਣ ਲਿਆ ਹੈ, ਉਸ ਦੇ ਚਰਨਾਂ ਦੀ ਰਵਾਲ ਧੂੜ ਹੋਣਾ ਕਰੀਏ। ਸੋ ਇੱਥੋਂ ਤੱਕ 15 ਥਿੱਤਾਂ ਦੀ ਸੰਪੂਰਨਤਾ ਹੋਈ ਹੈ ਥਿੱਤੀ ਗੌੜੀ ਗੁਰਬਾਣੀ ਦੇ ਰਾਹੀਂ। ਸੋ ਕੱਲ੍ਹ ਵਾਲੀ ਵਿਚਾਰ ਦੇ ਵਿੱਚ ਸਾਡੀ ਗੌੜੀ ਕੀ ਵਾਰ ਮਹੱਲਾ ਚੌਥਾ ਦੇ ਸਿਰਲੇਖ ਹੇਠ ਪ੍ਰਾਰੰਭ ਹੋਵੇਗੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।